मैं जदों छोटी जी सी तो मेरे पिताजी अक्सर ये क्या करते सी कि रोने पे जो आ जाएं तो दरिया ही बहा दें, शबनम की तरह यूं हमें रोना नहीं आता। मैं कवितावां लिखण दी शौकीन शुरू तो रही हाँ, बचपन तो ही। जदों मैनूं ये एहसास होया कि हिंदी विच मैं अपने ख्यालात नूं उन्नी अच्छी तरह बयान नहीं कर सकदी जिन्नी अच्छी तरह पंजाबी विच करदी हाँ, ਤਾਂ मैं एक पंजाबी कविता ਵੱਲ रुख किया। ਤੁਸੀਂ ਮੈਮ ਇੱਕ ਕਵਿਤਾ ਲਿਖੀ ਔਰਤਾਂ, ਜਿਹਦੇ 'ਚ ਤੁਸੀਂ ਔਰਤ ਦੇ ਵੱਖਰੇ ਵੱਖਰੇ ਰੂਪ ਨੂੰ ਚਿਤਰਿਆ, ਤੇ ਕਿਵੇਂ ਤੁਹਾਡੇ ਜ਼ਿਹਨ 'ਚ ਆਈ? ਕਿਸੇ ਨਾਲ ਇਸ ਬਾਰੇ ਗੱਲ ਹੋ ਰਹੀ ਸੀ ਕਿ ਉਹਨਾਂ ਦੀ ਆਪਣੀ ਪਤਨੀ ਨਾਲ ਕੁਝ ਜ਼ਿਆਦਾ ਨਹੀਂ ਬਣਦੀ ਤੇ ਉਹਨਾਂ ਦੀ ਕੋਈ ਮਿੱਤਰ ਹੈ ਜੋ ਉਹਨਾਂ ਦੀ ਬਹੁਤ ਇਸ ਮੁੱਦੇ ਵਿੱਚ ਮਸਲੇ ਵਿੱਚ ਮਦਦ ਕਰਦੀ ਹੈ ਜੀ। ਤਾਂ ਮੈਂ ਉਹਨਾਂ ਨੂੰ ਕਿਹਾ ਕਿ ਉਹ ਦੋਗਲੀ ਜ਼ਿੰਦਗੀ ਕਿਉਂ ਜੀ ਰਹੇ ਹਨ, ਕਿਉਂ ਦੋ ਔਰਤਾਂ ਨੂੰ ਪਰੇਸ਼ਾਨ ਕਰ ਰਹੇ ਹਨ ਤੇ ਆਪ ਵੀ ਪਰੇਸ਼ਾਨ ਹੋ ਰਹੇ ਹਨ। ਕਿਉਂਕਿ ਮੈਨੂੰ ਇਹ ਮਹਿਸੂਸ ਹੋਇਆ ਕਿ ਪੁਰਸ਼ ਜਿਨ੍ਹਾਂ ਔਰਤਾਂ ਨਾਲ ਦਿਨ ਬਿਤਾਉਂਦੇ ਹਨ ਉਹਨਾਂ ਨੂੰ ਪ੍ਰੇਮਿਕਾ ਕਹਿੰਦੇ ਹਨ ਤੇ ਜਿਨ੍ਹਾਂ ਔਰਤਾਂ ਨਾਲ ਉਹ ਰਾਤ ਬਿਤਾਉਂਦੇ ਹਨ ਉਹਨਾਂ ਨੂੰ ਵੇਸਵਾ ਕਹਿ ਦਿੰਦੇ ਹਨ। ਜਿਹੜੀਆਂ ਔਰਤਾਂ ਦੇ ਨਾਲ ਉਹ ਜ਼ਿੰਦਗੀ ਬਿਤਾਉਂਦੇ ਹਨ ਉਹਨਾਂ ਨੂੰ ਪਤਨੀ ਕਹਿੰਦੇ ਹਨ। ਔਰਤ ਦੇ ਰੂਪ ਹਰ ਜਗ੍ਹਾ ਬਦਲ ਰਹੇ ਹਨ ਪਰ ਮਰਦ ਦਾ ਰੂਪ ਉਹੀ ਹੈ ਤੇ ਸਮਾਜ ਇਸ ਤੇ ਕਿਉਂ ਕੁਝ ਨਹੀਂ ਬੋਲਦਾ, ਕਿਉਂ ਚੁੱਪ ਹੈ ਇਸ ਚੀਜ਼ ਤੇ? ਕਿਉਂਕਿ ਅਸੀਂ ਕਿਤੇ ਨਾ ਕਿਤੇ ਇਸ ਚੀਜ਼ ਨੂੰ ਪ੍ਰਵਾਨ ਕਰਦੇ ਹਾਂ ਤਾਂ ਹੀ ਇਹ ਹੋ ਰਹੀ ਹੈ। ਔਰ ਔਰਤ ਹਰ ਰੂਪ ਦੇ ਵਿੱਚ ਤਰਾਸਦੀ ਭੁਗਤ ਰਹੀ ਹੈ। ਅਗਰ ਉਹ ਪਤਨੀ ਬਣ ਰਹੀ ਹੈ ਤਾਂ ਵੀ, ਅਗਰ ਉਹ ਵੇਸਵਾ ਬਣ ਰਹੀ ਹੈ ਤਾਂ ਵੀ, ਤੇ ਅਗਰ ਉਹ ਇੱਕ ਪ੍ਰੇਮਿਕਾ ਬਣ ਰਹੀ ਹੈ ਤਾਂ ਵੀ ਉਹਦੇ ਲਈ ਬਹੁਤ ਮੁਸ਼ਕਿਲ ਹੈ ਜੀ। ਇਹ ਅਕਸਰ ਦੇਖਿਆ ਜਾਂਦਾ ਹੈ ਕਿ ਅਸੀਂ ਔਰਤ ਨੂੰ ਹੀ ਭੰਡਦੇ ਹਾਂ, ਉਸ ਦੀ ਹੀ ਗਲਤੀ ਕੱਢਦੇ ਹਾਂ, ਪੁਰਸ਼ ਦੀ ਗਲਤੀ ਕਿਤੇ ਦੇਖੀ ਨਹੀਂ ਜਾਂਦੀ। ਤੇ ਤੁਸੀਂ ਆਪਣੀਆਂ ਕਵਿਤਾਵਾਂ ਜਿਹੜੀਆਂ, ਬਹੁਤ ਸਾਰੀਆਂ ਕਵਿਤਾਵਾਂ ਤੁਹਾਡੀਆਂ ਇਦਾਂ ਦੀਆਂ ਜਿਹੜੀਆਂ ਔਰਤਾਂ ਤੇ ਹੀ ਤੁਸੀਂ ਲਿਖੀਆਂ, ਤੇ ਕਿਸ ਤਰ੍ਹਾਂ ਦੇ ਵਿਸ਼ੇ ਜਿਹੜੇ ਉਹਨਾਂ ਨੂੰ ਛੋਇਆ ਤੁਸੀਂ? ਜ਼ਿਆਦਾਤਰ ਮੈਂ ਔਰਤ ਦੇ ਮਨ ਦੇ ਵਿਸ਼ੇ ਛੋਏ ਹਨ। ਜਿਵੇਂ ਔਰਤ ਨੂੰ ਅਗਰ ਪਿਆਰ ਵਿੱਚ ਕੋਈ ਧੋਖਾ ਦਿੰਦਾ ਹੈ ਤਾਂ ਉਹ ਕਿਸ ਮਨੋਸਥਿਤੀ ਵਿੱਚੋਂ ਲੰਘਦੀ ਹੈ, ਇਸ ਚੀਜ਼ ਨੂੰ ਕੋਈ ਨਹੀਂ ਸਮਝਦਾ। ਉਸ ਨੂੰ ਸਮਾਜ ਦਾ ਸਾਹਮਣਾ ਕਰਨਾ ਪੈਂਦਾ ਹੈ, ਨਾਲ ਹੀ ਨਾਲ ਆਪਣੇ ਮਨ ਦੇ ਵਿੱਚ ਵੀ ਦੁਖੀ ਹੋਣਾ ਪੈਂਦਾ ਹੈ। ਪਰ ਉਸ ਦੀ ਇਸ ਸਥਿਤੀ ਨੂੰ ਕੋਈ ਵੀ ਨਾ ਸਮਝ ਕੇ ਉਲਟਾ ਉਸ ਤੇ ਦੋਸ਼ ਲਗਾਏ ਜਾਂਦੇ ਹਨ। ਉਹ ਕਿੰਨੀ ਕੁ ਤਕਲੀਫ ਵਿੱਚੋਂ ਗੁਜ਼ਰਦੀ ਹੈ ਇਹ ਸਿਰਫ ਉਹੀ ਜਾਣਦੀ ਹੈ। ਮੈਂ ਕਈ ਵਾਰ ਦੇਖਿਆ ਹੈ ਕਿ ਮੈਂ ਕਿਸੇ ਨੂੰ ਪੁੱਛਦੀ ਹਾਂ ਕਿ ਤੁਹਾਡਾ ਫੇਵਰੇਟ ਕਲਰ ਕਿਹੜਾ ਹੈ ਤੇ ਉਹ ਕਹਿਣਗੇ ਜੀ ਮੇਰੇ ਪਤੀ ਦਾ ਫੇਵਰੇਟ ਕਲਰ ਯੈਲੋ ਹੈ ਤਾਂ ਅੱਜ ਮੈਂ ਯੈਲੋ ਸੂਟ ਪਾਇਆ ਹੈ। ਮੈਨੂੰ ਬੜੀ ਹੈਰਾਨੀ ਹੁੰਦੀ ਹੈ ਕਿ ਜੇ ਪਤੀ ਦਾ ਫੇਵਰੇਟ ਕਲਰ ਯੈਲੋ ਹੈ ਤਾਂ ਪਤੀ ਪਾਏ, ਹੋ ਸਕਦਾ ਤੁਹਾਡਾ ਫੇਵਰੇਟ ਕਲਰ ਪਿੰਕ ਹੋਏ, ਤੁਸੀਂ ਪਿੰਕ ਕਿਉਂ ਨਹੀਂ ਪਾਉਂਦੇ? ਮਤਲਬ ਸਾਡੇ ਸਮਾਜ ਦੇ ਵਿੱਚ ਔਰਤ ਨੂੰ ਕੇਵਲ ਤੇ ਕੇਵਲ ਬੰਦੇ ਦੀ ਖੁਸ਼ੀ ਲਈ ਹੀ ਜੀਣਾ ਸਿਖਾਇਆ ਗਿਆ ਹੈ। मैं जदों छोटी जी सी तो मेरे पिताजी अक्सर ये क्या करते सी कि रोने पे जो आ जाएं तो दरिया ही बहा दें, शबनम की तरह यूं हमें रोना नहीं आता। मैं इस चीज़ तो बड़ी मुतासर हुंदी सी कि किन्नी वड्डी गल नूं वो किन्ने सोहणे शब्दां दे विच कह दिंदे ने। हौली हौली मेरा ध्यान कविता वल खिंचिया गया। मैं कवितावां लिखण दी शौकीन शुरू तो रही हाँ, बचपन तो ही। कॉलेज दे विच भी बहुत पार्टिसिपेट किया बट हमेशा हिंदी दे विच लिखिया। ਜਦੋਂ ਮੈਨੂੰ ਇਹ ਅਹਿਸਾਸ ਹੋਇਆ ਕਿ ਹਿੰਦੀ ਵਿੱਚ ਮੈਂ ਆਪਣੇ ਖਿਆਲਾਤ ਨੂੰ ਉਨੀ ਅੱਛੀ ਤਰ੍ਹਾਂ ਬਿਆਨ ਨਹੀਂ ਕਰ ਸਕਦੀ ਜਿੰਨੀ ਅੱਛੀ ਤਰ੍ਹਾਂ ਪੰਜਾਬੀ ਵਿੱਚ ਕਰਦੀ ਹਾਂ, ਤਾਂ ਮੈਂ ਇੱਕ ਪੰਜਾਬੀ ਕਵਿਤਾ ਵੱਲ ਰੁਖ ਕੀਤਾ। ਪਿਆਰ ਇੱਕ ਅਜਿਹੀ ਸ਼ੈ ਹੈ ਜਿੱਥੇ ਹੋਵੇ ਉੱਥੇ ਲੁਕਾਉਣਾ ਪੈਂਦਾ ਹੈ ਤੇ ਜਿੱਥੇ ਨਹੀਂ ਹੁੰਦਾ ਉੱਥੇ ਦਿਖਾਉਣਾ ਪੈਂਦਾ ਹੈ। ਹੁਣ ਇਸ ਗੱਲ ਨੂੰ ਜੇ ਕਵਿਤਾ ਵਿੱਚ ਕਿਹਾ ਜਾਵੇ ਤਾਂ ਬਹੁਤ ਸੋਹਣੀ ਲੱਗਦੀ ਹੈ, ਪਰ ਇਸੇ ਗੱਲ ਨੂੰ ਜਦੋਂ ਵਾਰਤਕ ਦੇ ਰੂਪ ਵਿੱਚ ਕਿਹਾ ਜਾਂਦਾ ਹੈ ਤਾਂ ਉਹ ਗੱਲ ਨਹੀਂ ਬਣ ਪਾਉਂਦੀ। ਕਵਿਤਾ ਮਨੁੱਖ ਦਾ ਦਰਦ ਹੀ ਨਹੀਂ ਬਿਆਨਦੀ, ਮਨੁੱਖ ਦੇ ਭਾਵਾਂ ਨੂੰ ਵੀ ਬਿਆਨਦੀ ਹੈ। ਕਵਿਤਾ ਲੋਕਾਈ ਦਾ ਦਰਦ ਵੀ ਬਿਆਨਦੀ ਹੈ। ਕਵਿਤਾ ਸਿਰਫ ਤੇ ਸਿਰਫ ਵਿਯੋਗ ਦੀ ਕਵਿਤਾ ਜਾਂ ਪਿਆਰ ਦੀ ਕਵਿਤਾ ਨਹੀਂ ਹੁੰਦੀ। ਕਵਿਤਾ ਹਰ ਉਸ ਚੀਜ਼ ਦੀ ਕਵਿਤਾ ਹੈ ਜਿਸ ਬਾਰੇ ਤੁਸੀਂ ਮਹਿਸੂਸ ਕਰਦੇ ਹੋ। मैं जदों भी अपने घर के बाहर अपनी कार पार्क करनी हुंदी तो उत्थे पई एक इट हमेशा मेरा ध्यान खिंचदी, जिसनों इस वास्ते रखा गया सी कि गेट जदों किते पिछे आके कार दे विच ना वजे। मैनूं कई बार ये चीज़ महसूस हुई कि ये घर दा कितना ज़रूरी हिस्सा है पर कितना अणगौलिया है।
ਔਰ ਮੈਂ ਉਸ ਦੇ ਭਾਵਾਂ ਨੂੰ ਮਹਿਸੂਸ ਕਰਦੇ ਹੋਏ ਕਿ ਉਹ ਇੱਟ ਕੀ ਮਹਿਸੂਸ ਕਰਦੀ ਹੋਏਗੀ ਕਿ ਮੈਂ ਤੁਹਾਡੀਆਂ ਗੱਡੀਆਂ ਨੂੰ ਬਚਾਉਂਦੀ ਹਾਂ, ਤੁਹਾਡੇ ਘਰ ਦਾ ਖਿਆਲ ਰੱਖਦੀ ਹਾਂ, ਤੁਹਾਡੇ ਗੇਟ ਨੂੰ ਸੰਭਾਲਦੀ ਹਾਂ, ਪਰ ਤੁਸੀਂ ਮੇਰੇ ਵੱਲ ਬਿਲਕੁਲ ਵੀ ਧਿਆਨ ਨਹੀਂ ਦਿੰਦੇ। ਠੀਕ ਇਸੇ ਤਰ੍ਹਾਂ ਮੈਨੂੰ ਇਹ ਮਹਿਸੂਸ ਹੋਇਆ ਜਦੋਂ ਅਸੀਂ ਕਿਸੇ ਦੇ ਘਰ ਜਾਂਦੇ ਤੇ ਕਈ ਵਾਰੀ ਕੱਪੜੇ ਤਾਰ ਤੇ ਸੁੱਕਣੇ ਪਾਏ ਹੁੰਦੇ, ਬੈਲ ਕਰਨ ਦੇ ਬਾਵਜੂਦ ਵੀ ਜੇ ਕੋਈ ਨਾ ਖੋਲਦਾ ਤਾਂ ਕੁਛ ਦੇਰ ਇੰਤਜ਼ਾਰ ਕਰਦੇ ਕਿ ਨਹੀਂ ਕੱਪੜੇ ਸੁੱਕਣੇ ਪਾਏ ਹੋਏ ਹਨ, ਇਹ ਘਰ ਹੀ ਹੋਣਗੇ। ਕੱਪੜੇ ਸੁੱਕਣੇ ਪਾਉਣ ਵਾਲੀ ਤਾਰ ਵੱਲ ਅਸੀਂ ਕਿੰਨਾ ਕੁ ਧਿਆਨ ਦਿੰਦੇ ਹਾਂ, ਬਿਲਕੁਲ ਅਣਗੌਲੀ ਹੋਈ ਚੀਜ਼ ਹੈ। ਠੀਕ ਇਸੇ ਤਰ੍ਹਾਂ ਔਰਤਾਂ ਵੀ ਕਈ ਵਾਰ ਮੈਨੂੰ ਇੱਦਾਂ ਲੱਗਦਾ ਕਿ ਅਣਗੌਲੀਆਂ ਗਈਆਂ ਹਨ। ਮੈਂ ਹਮੇਸ਼ਾ ਉਹਨਾਂ ਬਾਰੇ ਲਿਖਣਾ ਚਾਹਿਆ ਜਿਨ੍ਹਾਂ ਬਾਰੇ ਲੋਕ ਗੱਲ ਕਰਨਾ ਵੀ ਪਸੰਦ ਨਹੀਂ ਕਰਦੇ। ਕਿ ਸਾਡੀ ਸਿਰਜਣਾਕਾਰਾਂ ਦੀ ਇਹ ਜ਼ਿੰਮੇਵਾਰੀ ਨਹੀਂ ਬਣਦੀ ਕਿ ਅਸੀਂ ਉਹਨਾਂ ਮੁੱਦਿਆਂ ਨੂੰ ਵੀ ਉਠਾਈਏ ਜੋ ਅੱਜ ਦੇ ਸਮਾਜ ਵਿੱਚ ਬਹੁਤ ਜ਼ਰੂਰੀ ਹਨ। ਅਸੀਂ ਇੱਕ ਵੇਸਵਾ ਨੂੰ ਦੁਰਕਾਰਦੇ ਹਾਂ ਇਹ ਕਹਿ ਕੇ ਕਿ ਉਹ ਆਪਣਾ ਸਰੀਰ ਵੇਚਦੀ ਹੈ, ਪਰ ਕੀ ਅਸੀਂ ਕਦੀ ਇਹ ਸੋਚਿਆ ਹੈ ਕਿ ਜੇ ਉਸ ਕੋਲ ਕੋਈ ਗਾਹਕ ਆਉਂਦਾ ਹੈ ਤਾਂ ਹੀ ਤਾਂ ਉਹ ਆਪਣਾ ਸਰੀਰ ਵੇਚਦੀ ਹੈ। ਉਸ ਦੀ ਮਜਬੂਰੀ ਹੋ ਸਕਦੀ ਹੈ, ਪਰ ਗਾਹਕ ਦੀ ਤਾਂ ਕੋਈ ਮਜਬੂਰੀ ਨਹੀਂ ਹੈ। ਮੈਨੂੰ ਲੱਗਾ ਕਿ ਇਸ ਵਿਸ਼ੇ ਤੇ ਕਵਿਤਾ ਲਿਖਣੀ ਚਾਹੀਦੀ ਹੈ। ਮੈਂ ਚੀਜ਼ਾਂ ਨੂੰ ਬਹੁਤ ਅੰਦਰ ਤੱਕ ਮਹਿਸੂਸ ਕਰਦੀ ਹਾਂ। ਇਸ ਦੇ ਪਿੱਛੇ ਮੇਰਾ ਮਨੋਵਿਗਿਆਨ ਦੀ MA ਕਰਨ ਦਾ ਵੀ ਬਹੁਤ ਹੱਥ ਹੈ, ਕਿਉਂਕਿ ਜਦੋਂ ਤੁਸੀਂ ਮਨੋਵਿਗਿਆਨ ਨੂੰ ਸਮਝ ਲੈਂਦੇ ਹੋ ਤਾਂ ਤੁਸੀਂ ਮਨ ਦੀਆਂ ਗੁੰਝਲਾਂ ਨੂੰ ਸਮਝਦੇ ਹੋ ਤੇ ਉਹਨਾਂ ਗੁੰਝਲਾਂ ਨੂੰ ਖੋਲ੍ਹਦੇ ਹੋ। ਮੈਂ ਮੰਨਦੀ ਹਾਂ ਕਿ ਮੇਰੇ ਵਿੱਚ ਬੇਬਾਕਪੁਣਾ ਹੈ। ਮੈਂ ਹਰ ਗੱਲ ਨੂੰ ਬੜੇ ਆਰਾਮ ਨਾਲ ਕਹਿ ਸਕਦੀ ਹਾਂ, ਕਿਉਂਕਿ ਮੈਂ ਇੱਕ ਚੀਜ਼ ਨੂੰ ਮੰਨਦੀ ਹਾਂ ਕਿ ਪਰਦਾ ਜਦ ਆਪਾਂ ਪਰਮਾਤਮਾ ਤੋਂ ਕਿਸੇ ਗੱਲ 'ਚ ਨਹੀਂ ਕਰਦੇ ਤੇ ਫਿਰ ਬੰਦਿਆਂ ਤੋਂ ਪਰਦਾ ਕਿਸ ਗੱਲ ਦਾ। ਔਰ ਪਰਦੇ ਪਿੱਛੇ ਲੁਕੋ ਕੇ ਆਪਣੀਆਂ ਬੁਰਾਈਆਂ ਨੂੰ ਵਧੀ ਜਾਣ ਦੇਣ ਦਾ ਮਤਲਬ ਇਹ ਹੁੰਦਾ ਹੈ ਕਿ ਅਸੀਂ ਉਹਨਾਂ ਨੂੰ ਇੱਕ ਨਾਸੂਰ ਬਣਾ ਦਿੰਦੇ ਹਾਂ। ਆਪਣੀਆਂ ਭਾਵਨਾਵਾਂ ਨੂੰ ਅਪਣਾਉਣ ਤੋਂ ਕੀ ਡਰਨਾ। ਜੇ ਮਨ ਵਿੱਚ ਕੋਈ ਨੈਗੇਟਿਵਿਟੀ ਹੈ, ਕੋਈ ਨਕਾਰਾਤਮਕਤਾ ਹੈ ਤਾਂ ਉਸ ਨੂੰ ਸਾਹਮਣੇ ਲਿਆਉਣਾ ਕੋਈ ਬੁਰਾਈ ਨਹੀਂ ਹੈ। ਠੀਕ ਹੈ, ਪੋਜ਼ਿਟਿਵ ਹੋਣਾ ਬਹੁਤ ਜ਼ਰੂਰੀ ਹੈ, ਪਰ ਪੋਜ਼ਿਟਿਵ ਹੋਣ ਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਹੋਂਦ ਦੇ ਉੱਤੇ ਪਰਦਾ ਪਾ ਦਈਏ ਤੇ ਉਹ ਦਿਖਣ ਦੀ ਕੋਸ਼ਿਸ਼ ਕਰੀਏ ਜੋ ਅਸੀਂ ਨਹੀਂ ਹਾਂ। ਸਾਨੂੰ ਬਿਲਕੁਲ ਸਪਸ਼ਟ ਰੂਪ ਵਿੱਚ ਉਹੀ ਦਿਖਣਾ ਚਾਹੀਦਾ ਹੈ ਜੋ ਅਸੀਂ ਹਾਂ। ਮੈਂ ਕਵਿਤਾ ਲਿਖਣ ਵਿੱਚ ਕਿਸੇ ਤੋਂ ਵੀ ਪ੍ਰਭਾਵਿਤ ਨਹੀਂ ਹੋਈ ਔਰ ਮੈਂ ਪਹਿਲਾਂ ਕਿਸੇ ਨੂੰ ਪੜ੍ਹਿਆ ਵੀ ਨਹੀਂ, ਕਿਉਂਕਿ ਜੇ ਮੈਂ ਪੜ੍ਹਦੀ ਤਾਂ ਮੈਨੂੰ ਕਿਤੇ ਨਾ ਕਿਤੇ ਇਹ ਲੱਗਦਾ ਕਿ ਸ਼ਾਇਦ ਮੈਂ ਉਹਨਾਂ ਦੇ ਕਹੇ ਮੁਤਾਬਕ ਚੱਲ ਰਹੀ ਹਾਂ, ਪਰ ਮੈਂ ਉਹ ਲਿਖਣਾ ਚਾਹੁੰਦੀ ਸੀ ਜੋ ਮੈਂ ਆਪ ਸੋਚਦੀ ਹਾਂ। ਮੈਂ ਕਿਸੇ ਦੇ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖਣਾ ਕਦੀ ਨਹੀਂ ਚਾਹਿਆ, ਔਰ ਜਦੋਂ ਮੈਂ ਆਪਣੇ ਨਜ਼ਰੀਏ ਨਾਲ ਚੀਜ਼ਾਂ ਨੂੰ ਦੇਖਿਆ ਤੇ ਆਪਣੀ ਬੇਬਾਕੀ ਨਾਲ ਉਹਨਾਂ ਚੀਜ਼ਾਂ ਨੂੰ ਕਿਹਾ, ਮੈਨੂੰ ਆਪਣੀ ਪਹਿਲੀ ਕਿਤਾਬ ਅੰਤਰਨਾਦ ਦੇ ਵਿੱਚ ਭਰਵਾਂ ਹੁੰਗਾਰਾ ਮਿਲਿਆ, ਬਹੁਤ ਸ਼ਲਾਘਾ ਮਿਲੀ, ਬਹੁਤ ਪੋਜ਼ਿਟਿਵ ਫੀਡਬੈਕ ਆਈ ਔਰ ਮੈਨੂੰ ਇਹ ਚੀਜ਼ ਲੱਗੀ ਕਿ ਇਹਨਾਂ ਗੱਲਾਂ ਨੂੰ ਠੀਕ ਇਸੇ ਤਰ੍ਹਾਂ ਦੂਜੇ ਦੇ ਸਾਹਮਣੇ ਰੱਖ ਦੇਣਾ ਜ਼ਰੂਰੀ ਹੈ। ਮੇਰੀ ਇੱਕ ਕਵਿਤਾ ਜੋ ਪਿਆਰ ਬਾਰੇ ਬਿਆਨ ਕਰਦੀ ਹੈ, ਉਸ ਵਿੱਚ ਮੈਂ ਦਿਲ ਦੀਆਂ ਭਾਵਨਾਵਾਂ ਨੂੰ ਖੁੱਲ੍ਹੇ ਤਰੀਕੇ ਨਾਲ ਲਿਖਿਆ ਹੈ। ਕੁਝ ਕਵਿਤਾਵਾਂ ਜਿਵੇਂ ਗਵਾਹੀ, ਬਿਲਕੁਲ ਸਾਡੇ ਸਮਾਜ ਦੇ ਵਿੱਚ ਕਾਨੂੰਨ ਤੇ ਕਿਸੇ ਵੀ ਧਾਰਮਿਕ ਗ੍ਰੰਥ ਨੂੰ ਹੀ ਅਸੀਂ ਗਵਾਹ ਮੰਨਦੇ ਹਾਂ, ਖਾਸ ਤੌਰ ਤੇ ਇੱਕ ਸਮਾਜਿਕ ਰਿਸ਼ਤੇ ਦਾ ਜਿਹੜਾ ਅਸੀਂ ਆਪ ਬਣਾਉਂਦੇ ਹਾਂ। ਪਰ ਮੈਂ ਇਸ ਗੱਲ ਨੂੰ ਨਹੀਂ ਮੰਨਦੀ। ਕੁਦਰਤ ਉਸ ਪਿਆਰ ਦੀ ਗਵਾਹ ਹੁੰਦੀ ਹੈ, ਚੰਨ ਤੇ ਤਾਰੇ ਸਾਰੇ ਦੇ ਸਾਰੇ। ਜਦੋਂ ਉਹ ਸਭ ਇਸ ਦੇ ਗਵਾਹ ਹਨ ਤਾਂ ਫਿਰ ਸਾਨੂੰ ਸਮਾਜਿਕ ਕਾਨੂੰਨਾਂ ਦੀ ਕੀ ਲੋੜ ਹੈ। ਅਸੀਂ ਕਿਉਂ ਇਸ ਚੀਜ਼ ਤੋਂ ਭੱਜਦੇ ਹਾਂ? ਅਸੀਂ ਆਪਣੇ ਅਤੀਤ ਤੋਂ ਪਿੱਛਾ ਛੁਡਾਉਣ ਲਈ ਇੱਕ ਅੰਨੀ ਦੌੜ ਵਿੱਚ ਦੌੜ ਰਹੇ ਹਾਂ ਅਤੇ ਇਸ ਡਰ ਵਿੱਚ ਹੀ ਸਾਰੀ ਜ਼ਿੰਦਗੀ ਬਿਤਾ ਦਿੰਦੇ ਹਾਂ। ਪਰ ਅਗਰ ਅਸੀਂ ਆਪਣੇ ਆਪ ਨੂੰ ਅਪਣਾ ਲਈਏ, ਆਪਣੇ ਅਤੀਤ ਨੂੰ ਅਪਣਾ ਲਈਏ ਤਾਂ ਸਾਡੇ ਮਨ ਵਿੱਚ ਕੋਈ ਡਰ ਨਹੀਂ ਰਹਿੰਦਾ। ਔਰ ਇਨਸਾਨ ਨੂੰ ਕਦੀ ਵੀ ਕਿਸੇ ਚੀਜ਼ ਤੇ ਪਰਦਾ ਪਾਉਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ, ਇਹ ਸੋਚ ਕੇ ਕਿ ਦੂਜੇ ਇਸ ਬਾਰੇ ਕੀ ਕਹਿਣਗੇ। ਸਭ ਤੋਂ ਪਹਿਲਾਂ ਤੇ ਸਭ ਤੋਂ ਜ਼ਰੂਰੀ ਤੁਹਾਡੀ ਆਪਣੀ ਰਾਏ ਬਹੁਤ ਜ਼ਰੂਰੀ ਹੈ ਕਿ ਤੁਸੀਂ ਇਸ ਬਾਰੇ ਕੀ ਸੋਚਦੇ ਹੋ। ਮੇਰੇ ਕਾਵਿ ਸੰਗ੍ਰਹਿ ਅੰਤਰਨਾਦ ਦੇ ਵਿੱਚ ਜਿੰਨੀਆਂ ਵੀ ਕਵਿਤਾਵਾਂ ਹਨ ਉਹਨਾਂ ਵਿੱਚੋਂ ਇੱਕ ਕਵਿਤਾ 360 ਡਿਗਰੀ, ਬਿਲਕੁਲ ਮੈਂ ਇਹ ਮੰਨਦੀ ਹਾਂ ਕਿ ਜਿਵੇਂ 360 ਡਿਗਰੀ ਦਾ ਕੋਣ ਜਿੱਥੋਂ ਸ਼ੁਰੂ ਹੁੰਦਾ ਹੈ ਉੱਥੇ ਹੀ ਆ ਕੇ ਖਤਮ ਹੋ ਜਾਂਦਾ ਹੈ, ਠੀਕ ਇਸੇ ਤਰ੍ਹਾਂ ਮਨੁੱਖ ਦਾ ਜੀਵਨ ਹੈ। ਅਸੀਂ ਜੋ ਕਰਮ ਕਰਦੇ ਹਾਂ ਉਹੀ ਸਾਡੇ ਕੋਲ ਵਾਪਸ ਆਉਂਦੇ ਹਨ, ਉਹ ਮੁੜਦੇ ਨਹੀਂ ਹਨ। ਮੇਰੀ ਸਭ ਤੋਂ ਪਸੰਦੀਦਾ ਕਵਿਤਾ ਹੈ ਚੀਰ ਹਰਨ। ਚੀਰ ਹਰਨ ਬਾਰੇ ਆਪਾਂ ਸਾਰੇ ਜਾਣਦੇ ਹੀ ਹਾਂ, ਆਪਾਂ ਮਹਾਭਾਰਤ ਦੇ ਵਿੱਚ ਚੀਰ ਹਰਨ ਬਾਰੇ ਬਹੁਤ ਪੜ੍ਹਿਆ ਹੈ। ਇਸ ਕਵਿਤਾ ਨੂੰ ਮੈਂ ਪੇਸ਼ ਕਰਨਾ ਚਾਹਾਂਗੀ। ਦ੍ਰੋਪਦੀ ਦਾ ਚੀਰ ਹਰਨ ਭਰੀ ਸਭਾ ਵਿੱਚ ਸਾੜੀ ਦਾ ਪੱਲਾ ਖਿੱਚਣ ਨਾਲ ਹੀ ਨਹੀਂ ਹੁੰਦਾ। ਮਰਦ ਆਪਣੀ ਮਹਿਬੂਬ ਨਾਲ ਬਿਤਾਏ ਨਾਜ਼ੁਕ ਪਲਾਂ ਦਾ ਵਿਸਤਾਰ
ਦੋਸਤਾਂ ਦੀ ਮਹਿਫਿਲ ਵਿੱਚ ਸੁਣਾਉਂਦਾ ਚੀਰ ਹਰਣ ਉਦੋਂ ਵੀ ਹੁੰਦਾ। ਪਤੀ ਯਾਰਾਂ ਦੇ ਵਿੱਚ ਪਤਨੀ ਬਾਰੇ ਤਿੰਗੜ ਕੇ ਆਟੇ ਵਾਂਗ ਗੁੰਨਤੀ ਕਹਿੰਦਾ ਚੀਰ ਹਰਣ ਉਦੋਂ ਵੀ ਹੁੰਦਾ। ਮਿੱਤਰ ਮਹਿਬੂਬਾ ਨਾਲ ਸਾਂਝੇ ਕੀਤੇ ਅੰਤਰਿਵ ਪਲ ਤੇ ਨਾਜ਼ੁਕ ਰਿਸ਼ਤੇ ਦੇ ਵੇਰਵੇ ਚਟਖਾਰੇ ਲੈ ਕੇ ਯਾਰਾਂ ਕੋਲ ਬੋਲਦਾ ਚੀਰ ਹਰਣ ਉਦੋਂ ਵੀ ਹੁੰਦਾ। ਪਿਆਰ ਦੇ ਪਲਾਂ ਵਿੱਚ ਆਪਣੀ ਮਰਦਾਨਗੀ ਸਾਬਤ ਕਰਨ ਲਈ ਹਿੰਸਕ ਸ਼ਬਦ ਬੋਲਦਾ, ਹਮਲਾਵਰ ਰੁਖ ਅਪਣਾਉਂਦਾ, ਬਾਹੂਬਲ ਵਰਤਦਾ ਚੀਰ ਹਰਣ ਉਦੋਂ ਵੀ ਹੁੰਦਾ। ਪਤਾ ਨਹੀਂ ਪਿਆਰ ਕਰਨ ਲਈ ਪਿਆਰ ਕਰਦਾ ਜਾਂ ਯਾਰਾਂ ਦੋਸਤਾਂ ਨੂੰ ਮਰਦਾਵਾਂ ਜੋਸ਼ ਦਿਖਾਉਣ ਲਈ, ਪਰ ਚੀਰ ਹਰਣ ਹਰ ਵਾਰ ਕਰਦਾ। ਸਦੀਆਂ ਬੀਤਣ ਤੇ ਵੀ ਕਿਣਕਾ ਵੀ ਨਹੀਂ ਬਦਲਿਆ। ਇਹ ਬਿਲਕੁਲ ਸੱਚ ਹੈ ਕਿ ਔਰਤ ਹਰ ਉਸ ਪਲ ਜਦੋਂ ਉਸ ਦੀਆਂ ਭਾਵਨਾਵਾਂ ਨਾਲ ਖਿਲਵਾੜ ਹੁੰਦਾ ਹੈ ਚੀਰ ਹਰਣ ਹੋਇਆ ਮਹਿਸੂਸ ਕਰਦੀ ਹੈ। ਜਦੋਂ ਮੈਂ ਇਹਨਾਂ ਸ਼ਬਦਾਂ ਨੂੰ ਕਵਿਤਾ ਦੇ ਵਿੱਚ ਬਿਆਨ ਕਰਨਾ ਸ਼ੁਰੂ ਕੀਤਾ ਤਾਂ ਮੈਂ ਇੱਕ ਚੀਜ਼ ਹੋਰ ਮਹਿਸੂਸ ਕੀਤੀ ਕਿ ਮੈਂ ਆਪਣੇ ਆਪ ਨੂੰ ਬਹੁਤ ਸ਼ਾਂਤ ਅਨੁਭਵ ਕੀਤਾ। ਜੋ ਵਿਚਾਰ ਮੇਰੇ ਅੰਦਰ ਹਰ ਸਮੇਂ ਘੁੰਮਦੇ ਰਹਿੰਦੇ ਸਨ, ਉਹਨਾਂ ਨੂੰ ਸ਼ਬਦਾਂ ਵਿੱਚ ਬਿਆਨ ਕਰ ਦੇਣ ਤੋਂ ਬਾਅਦ ਮਨ ਇੱਕ ਅਜਿਹੀ ਆਨੰਦ ਦੀ ਅਵਸਥਾ ਨਾਲ ਭਰ ਜਾਂਦਾ ਹੈ ਜਿਸ ਨੂੰ ਕਿ ਬਿਆਨ ਕਰਨਾ ਬਹੁਤ ਮੁਸ਼ਕਿਲ ਹੈ।